Hello students, this is Jagdeep Singh, teacher of Guru Hargobind Public High School, Fatehgarh. So what were we discussing? We are discussing the second chapter of the 7th class, the noun. The noun. So we had discussed the types of the noun and we also had solved the first four exercises. I hope every student of the 7th class had solved the first four exercises. So today we are discussing the next portion of the noun. Here is the first one, singular and plural nouns. Singular and plural nouns. Singular and plural nouns. Singular तो अपन सीधा भी जिਵੇਂ ਪਹਿਲਾਂ ਵੀ ਦੱਸਿਆ singular तो अपन सीधा पता ਚੱਲਦਾ जो single ਹੋਵੇ जो ਇੱਕ ਹੋਵੇ means a boy, a chair and a cup of water and anything which was just a single, a box and a piece of paper. So a carry bag, these kind of things are the singular nouns. Here is the definition. So what is the definition? Singular noun. A singular noun is a noun that indicates singular person, place or thing. It has always a determinant such as an before it. ਕੋਈ ਵੀ ਕਿਸੇ ਦਾ ਇਨਸਾਨ ਦਾ ਨਾਮ ਕਿਸੇ ਚੀਜ਼ ਦਾ ਨਾਮ ਕਿਸੇ ਜਾਂ ਪਲੇਸ ਦਾ ਨਾਮ ਜੋ ਸਿਰਫ ਇੱਕ ਹੋਵੇ ਸਿੰਗਲ ਹੋਵੇ ਨੂੰ ਆਪਾਂ ਬੋਲਦੇ ਹਾਂ ਸਿੰਗੂਲਰ ਨਾਉਨ ਇਹਦੇ ਅੱਗੇ ਕਹਿੰਦੇ ਹਮੇਸ਼ਾ ਅ ਜਾਂ ਐਨ ਲੱਗਿਆ ਹੋਏਗਾ ਐਗਜ਼ਾਮਪਲ ਦੇਖ ਲਓ ਜਿਵੇਂ ਅ ਚਾਈਲਡ ਐਨ ਐਰੋਪਲੇਨ ਇਹ ਆਪਾਂ ਜੋ ਐਨ ਇਹ ਅ ਐਨ ਦ ਨੇ ਇਹ ਡਿਟਰਮੀਨਰ ਨੇ ਵੀ ਵਿਲ ਡਿਸਕਸ ਇਫ ਦੇਅਰ ਵਿਲ ਬੀ ਅ ਟੌਪਿਕ ਇਨ ਯੂਅਰ ਸਿਲੇਬਸ ਦੈਨ ਵੀ ਵਿਲ ਡਿਸਕਸ ਅ ਐਂਡ ਦੀ these are the determiners or we can say these are the articles. This is the type of the determiner. So next one is plural noun. Plural nouns, which is totally opposite of the singular noun, means there are many things of one kind of things are called the plural nouns. ਇੱਕ ਚੀਜ਼ ਦੀਆਂ ਕਈ ਚੀਜ਼ਾਂ ਹੋਣ ਜਿਵੇਂ a plural noun is the noun that is used to refer more than one person or thing place. ਜਿਵੇਂ children, child ਦਾ ਆਪਾਂ ਬੋਲਾਂਗੇ ਵੀ children, aeroplane ਦਾ ਕੀ ਬੋਲਾਂਗੇ ਵੀ aeroplanes, chair ਦਾ ਕੀ ਬੋਲਾਂਗੇ chairs, table ਦਾ tables. ਸੋ ਇੱਕ ਨੂੰ ਕਈਆਂ 'ਚ ਬੋਲਣਾ ਹੋਵੇ ਉਹਨੂੰ ਕੀ ਬੋਲਾਂਗੇ ਆਪਾਂ ਪਲੂਰਲ ਨਾਉਨ ਜਿਵੇਂ ਪੰਜਾਬੀ 'ਚ ਦੱਸਾਂ ਸਿੰਗੂਲਰ ਇੱਕ ਵਚਨ ਪਲੂਰਲ ਬਹੁ ਵਚਨ ਇਸ ਤਰ੍ਹਾਂ ਸੋ ਇੱਥੇ ਵੀ ਇਹਨਾਂ ਨੇ ਕੁਛ ਨੋਟ ਦਿੱਤਾ ਹੋਇਆ which is unnecessary what we will discuss it. Some nouns refer to animals do not take a plural form ਜਿਵੇਂ ਹਾਂ ਵੀ ਚਲੋ necessary ਬਣ ਗਿਆ ਕਹਿੰਦੇ ਵੀ ਕੁਛ ਨਾਉਨ ਨੇ ਐਨੀਮਲ ਦੇ ਜਿਹੜੇ ਐਨੀਮਲ ਨੂੰ ਰੈਫਰ ਕਰਦੇ ਨੇ ਉਹਨੂੰ ਆਪਾਂ ਪਲੂਰਲ ਫਾਰਮ 'ਚ ਨਹੀਂ ਲੈਂਦੇ ਜਿਵੇਂ ਡੀਅਰ ਨੂੰ ਆਪਾਂ ਡੀਅਰ ਬੋਲਾਂਗੇ ਚਾਹੇ ਇੱਕ ਹੋਵੇ ਚਾਹੇ ਦੋ ਹੋਣ ਚਾਹੇ ਤਿੰਨ ਹੋਣ ਚਾਹੇ 100 ਹੋਣ ਚਾਹੇ 200 ਚਾਹੇ 1000 ਕਿੰਨੇ ਵੀ ਹੋਣ ਦੇਅਰ ਇਜ਼ ਨੋ ਪ੍ਰੋਬਲਮ ਵੀ ਆਲਵੇਜ਼ ਕਾਊਂਟ ਐਜ਼ ਡੀਅਰ ਲਾਈਕ ਇਫ ਆਈ ਸੇ ਦੇਅਰ ਇਜ਼ 1 ਡੀਅਰ ਦੇਅਰ ਇਜ਼ ਅ ਡੀਅਰ ਅਗਰ ਮੈਂ ਬੋਲਾਂ ਦੇਅਰ ਇਜ਼ 2 ਡੀਅਰ ਦੇਅਰ ਇਜ਼ 3 ਡੀਅਰ ਆਪਾਂ ਡੀਅਰਸ ਐਸੇ ਨਹੀਂ ਲਗਾਵਾਂਗੇ ਇਸ ਤਰ੍ਹਾਂ ਸੇਮ ਹੈ ਫਿਸ਼ ਨੂੰ ਫਿਸ਼ ਬੋਲਾਂਗੇ ਚਾਹੇ 1 2 3 100 ਹੋਣ ਸ਼ੀਪ ਨੂੰ ਸ਼ੀਪ ਬੋਲਾਂਗੇ these are the rules of English. These all rules are made by the Britishers. Next one, some nouns have a singular form but are used as plural. ਜਿਵੇਂ ਕਲਰਜੀ ਹੁੰਦੀ ਹੈ ਵੀ ਜੋ ਪ੍ਰੀਸਟ ਹੁੰਦੇ ਨੇ ਮੀਨਸ ਜੋ ਕੈਥੇਡਰਲ ਹੁੰਦੀ ਹੈ ਜੋ ਚਰਚ ਕ੍ਰਿਸਚੀਅਨ ਧਰਮ ਹੈ ਉਹਦੇ ਵਿੱਚ ਨਾ ਇੱਕ ਮੀਨਸ ਕਾਫੀ ਲੋਕਾਂ ਦਾ ਇਕੱਠ ਹੁੰਦਾ ਹੈਗਾ ਉਹਨੂੰ ਕਲਰਜੀ ਬੋਲਦੇ ਨੇ ਜੋ ਪ੍ਰੀਸਟ ਦਾ ਇਕੱਠ ਹੁੰਦਾ ਜਾਂ ਉੱਥੇ ਮਿਨਿਸਟਰ ਹੋਵੇ ਕੋਈ ਵੀ ਹੋਵੇ ਜਿਹੜਾ ਰਿਲੀਜੀਅਸ ਨਾਲ ਰਿਲੇਟਡ ਹੋਵੇ ਰਿਲੀਜਨ ਨਾਲ ਰਿਲੇਟਡ ਉਹਨਾਂ ਦਾ ਮੀਨਸ ਕੋਈ ਵੀ ਮਿਨਿਸਟਰ ਹੋਵੇ ਜਾਂ ਕੁਛ ਵੀ ਉਹਨਾਂ ਨਾਲ ਰਿਲੇਟ ਕਰਦਾ ਉਹਨੂੰ ਕਲਰਜੀ ਬੋਲ ਦਿੰਦੇ ਨੇ ਦੇਖੋ ਕਲਰਜੀ ਗਰੁੱਪ ਆਫ ਪੀਪਲ ਹੁੰਦਾ ਪਰ ਆਪਾਂ ਇਹਨੂੰ ਹਮੇਸ਼ਾ ਸਿੰਗੂਲਰ ਦੇ ਵਿੱਚ ਹੀ ਲੈ ਕੇ ਚੱਲਦੇ ਹਾਂ ਅੱਗੇ ਜੈਂਟਰੀ ਹੈਗਾ ਜੈਂਟਰੀ ਵੀ ਜਿਹੜੇ ਹਾਈ ਸਟੇਟਸ ਪੀਪਲ ਹੁੰਦੇ ਨੇ ਉਹਨਾਂ ਨੂੰ ਜੈਂਟਰੀ ਮੀਨਸ ਉਹ ਵੀ ਇੱਕ ਕਲੈਕਟਿਵ ਨਾਉਨ ਹੈ ਪਰ ਇਹਨੂੰ ਹਮੇਸ਼ਾ ਆਪਾਂ ਸਿੰਗੂਲਰ ਦੇ ਵਿੱਚ ਲੈ ਕੇ ਚੱਲਦੇ ਹਾਂ ਪੀਪਲ ਨੂੰ ਆਪਾਂ ਹਮੇਸ਼ਾ ਆਪਾਂ ਸਿੰਗੂਲਰ ਦੇ ਵਿੱਚ ਲੈ ਕੇ ਚੱਲਦੇ ਹਾਂ ਪਰ ਇਹ ਕੀ ਹੈ ਵੀ ਇੱਕ ਪਲੂਰਲ ਨਾਉਨ ਹੈ ਕਿਉਂਕਿ ਇੱਕ ਤੋਂ ਵੱਧ ਪਲੂਰਲ ਹੀ ਹੁੰਦੇ ਨੇ ਜਿਵੇਂ ਪੁਲਿਸ ਸਿੰਗੂਲਰ ਵੀ ਹੁੰਦਾ ਅਤੇ ਪਲੂਰਲ ਵੀ ਹੁੰਦਾ ਇਹ ਦੋਵਾਂ ਵਾਸਤੇ ਯੂਜ਼ ਹੁੰਦਾ ਸੋ ਸਮ ਨਾਉਨਸ ਹੈਵ ਆਲਵੇਜ਼ ਯੂਜ਼ਡ ਇਨ ਦਾ ਪਲੂਰਲ ਫਾਰਮ ਕੁਝ ਕੁ ਨਾਉਨ ਹਮੇਸ਼ਾ ਪਲੂਰਲ ਦੇ ਵਿੱਚ ਯੂਜ਼ ਹੁੰਦੇ ਨੇ ਜੀਨਸ ਨੂੰ ਆਪਾਂ ਜੀਨ ਨਹੀਂ ਕਦੇ ਬੋਲਿਆ देयर इज़ 1 जीन्स देयर इज़ 2 जीन्स इस तरह मैथमेटिक्स ऐसे लगेगी हमेशा पीछे सीजर्स पॉलिटिक्स इस तरह अगे भी देयर आर सम अनकाउंटेबल नाउन्स विच आर रेफर टू इन पार्ट्स वी यूज़ द फॉलोइंग एक्सप्रैशनस विट ऑफ अ पीस ऑफ ਜਦੋਂ ਵੀ ਆਪਾਂ ਅਨਕਾਊਂਟੇਬਲ ਨਾउन ਦੇ ਅੱਗੇ ਉਹਨੂੰ ਕੁਛ ਨਾ ਕੁਛ ਨੂੰ ਗਿਣਨਾ ਹੋਵੇ ਤਾਂ ਆਪਾਂ ਉਹਦੇ ਅੱਗੇ ਕੁਛ ਨਾ ਕੁਛ ਲਗਾਵਾਂਗੇ ਜਿਵੇਂ ਕਿ ਪਿਛਲੇ ਲੈਕਚਰ ਦੇ ਵਿੱਚ ਦੱਸਿਆ ਸੀ ਜਿਵੇਂ a block of ice ਹੁਣ ਆਪਾਂ ਆਈਸ ਨੂੰ 1 ice 2 ice 3 ice ਇਸ ਤਰ੍ਹਾਂ ਨਹੀਂ ਕਹਿ ਸਕਦੇ ਆਪਾਂ ਕਹਾਂਗੇ 1 block of ice ਇੱਕ block ice ਦਾ means a cube of ice
2 blocks of ice, 3 blocks of ice, ਇਸ ਤਰ੍ਹਾਂ ਜਿਵੇਂ a piece of information. We can't say 1 information, 2 informations, 3 informations. We can't say this kind of things. We always say a piece of information, 2 pieces of information, this kind of things. So this is the whole thing is totally about this kind of things. So a list of commonly used collective nouns. हाँ भी ये जरूरी है. A class of students, जो स्टूडेंट्स काफ़ी इकट्ठे होना आप उत्थे बोलेंगे a class of students. एक स्टूडेंट बोलेंगे, अगर बाले होण तां क्लास. एक सोल्जर होवे भी सोल्जर बोलेंगे, काफ़ी सोल्जर होण आर्मी. अगे अगे भी कोयर, एक सिंगर होवे सिंगर बोलेंगे, काफ़ी होण तो उन्होंने बोलेंगे कोयर. म्यूजिशियन, ग्रुप ऑफ सिंगर्स, ग्रुप ऑफ म्यूजिशियंस. इस तरह सारे ने भी ਇਹ ਜਿਵੇਂ ਇੱਕ ਹੋਰ ਦੇਖ ਲਓ, ਜਿਵੇਂ ਪਲੇਅਰ ਨੂੰ ਆਪਾਂ ਜਦੋਂ ਇੱਕ ਪਲੇਅਰ ਹੁੰਦਾ ਪਲੇਅਰ ਬੋਲਦੇ ਹਾਂ, ਪਰ ਜਦੋਂ ਕਾਫੀ ਹੁੰਦੇ ਨੇ ਜਿਵੇਂ IPL ਦੇ ਉਹਨਾਂ ਨੂੰ ਬੋਲ ਦਿੰਦੇ ਹਾਂ ਟੀਮ. ਅਤੇ ਹੋਰ ਦੇਖ ਲਓ ਵੀ ਜਦੋਂ ਇੱਕ ਚੋਰ ਹੋਵੇ ਉਹਨੂੰ ਬੋਲਦੇ ਹਾਂ ਆਪਾਂ ਥੀਫ, ਜਦੋਂ ਕਾਫੀ ਹੋਣ ਤਾਂ ਉਹਨੂੰ ਬੋਲਦੇ ਹਾਂ ਆਪਾਂ ਗੈਂਗ. ਜਿਵੇਂ ਤੁਸੀਂ ਦੇਖੋ ਆਡੀਅੰਸ ਹੁੰਦੀ ਹੈ, ਮੀਨਜ਼ ਇੱਕ ਤੁਸੀਂ ਆਡੀਟੋਰੀਅਮ ਦੇ ਵਿੱਚ ਬੈਠੇ ਹੋ, ਅਗਰ ਇੱਕ ਇਨਸਾਨ ਹੋਵੇ ਬੋਲਾਂ ਉਹ ਹੋਊਗਾ ਤਾਂ ਆਪਾਂ ਨੂੰ ਬੋਲਾਂਗੇ ਦੇਅਰ ਇਜ਼ ਓਨਲੀ 1 person who is listening us. but ਪਰ ਜਦੋਂ ਕਾਫੀ ਹੁੰਦਾ ਉਹਨੂੰ ਬੋਲਾਂਗੇ ਆਪਾਂ ਆਡੀਅੰਸ. ਸੋ ਦਿਸ ਆਰ ਆਲ ਕਲੈਕਟਿਵ ਨਾਊਨਸ. ਇਹਨਾਂ ਸਾਰਿਆਂ ਵਾਸਤੇ ਇੱਕ ਇਸ ਤਰ੍ਹਾਂ ਇੱਕ ਮੀਨਜ਼ ਵਰਡ ਰੱਖਿਆ ਹੋਇਆ ਜਿਹਨਾਂ ਸਾਰਿਆਂ ਦੇ ਇਕੱਠ ਨੂੰ ਬੋਲਦਾ. ਐਨੀਮਲ ਵਾਸਤੇ ਵੀ ਹੁੰਦੇ ਨੇ, ਜਿਵੇਂ ਫਿਸ਼ ਨੂੰ ਕੀ ਬੋਲਾਂਗੇ, ਫਿਸ਼ ਦੇ ਇਕੱਠ ਨੂੰ ਕੀ ਬੋਲਦੇ ਕੈਚ. ਸਪੈਰੋਜ਼ ਦੇ ਇਕੱਠ ਨੂੰ ਕੀ ਬੋਲਦੇ ਹੋਸਟ. ਹਾਰਸਸ ਦੇ ਇਕੱਠ ਨੂੰ ਕੀ ਬੋਲਦੇ ਟੀਮ. ਸੋ ਇਸ ਤਰ੍ਹਾਂ ਇਹ ਦਿਸ ਆਰ ਦ ਰੋਟਨ ਥਿੰਗਸ ਵਿਚ ਯੂ ਹੈਵ ਟੂ ਮੈਮੋਰਾਈਜ਼ if you want to solve the exercises which I will give you as a homework. So these are the only rotten things. Here is nothing which I can teach you, I can make you understandable. So these are the only rotten things. Like we wrote the ABCD, the alphabet, same things. This is the vocabulary which you have to wrote. So just wrote these things and you can solve the exercise which I'll give you as a homework. So for things like a ball of rice, it means ਚਾਵਲਾਂ ਦੀ ਕੌਲੀ. and a bunch of keys means ਕਾਫੀ ਸਾਰੇ keys ਹੋਣ ਉਹਨੂੰ ਬੋਲਦੇ ਨੇ bunch of keys. a chest of drawers means ਇੱਕ ਪੈਰਲਲ ਰੋ ਦੇ ਵਿੱਚ drawers ਹੋਣ, ਜਿਹੜੇ drawer ਹੁੰਦੇ ਨੇ ਆਪਣੇ ਲੱਕੜ ਦੇ, ਉਹਨੂੰ ਬੋਲ ਦਿੰਦੇ ਆ. so these all kinds are the collective nouns. ਇਹ ਸਾਰੇ ਵੀ ਅੱਗੇ ਵੀ rotten things ਆ ਗਈਆਂ. ਆਪਣੇ abstract noun ਬਣਾਉਣੇ ਨੇ ਕਿਸ ਤੋਂ ਵੀ, adjective ਤੋਂ. ਜਿਵੇਂ brave ਕੀ ਹੁੰਦਾ ਵੀ adjective ਹੈ ਜੋ ਆਪਾਂ ਨੂੰ ਵਿੱਚ describe something, which modify noun. so which can modify noun or pronoun. so what is the abstract noun which can we form from the adjective, like bravery. humble ਤੋਂ ਵੀ humility ਬਣ ਗਿਆ, young ਤੋਂ youth ਬਣ ਗਿਆ. so these all things are abstract nouns which we can form from the adjectives. so what is the head? like we can form the abstract noun from the common nouns, like boy, boyhood, child. देखो ये फर्क देखो ठीक है. common means child, बच्चा एक. ਆਪਾਂ ਉਹ ਤੋਂ abstract ਬਣਾਉਣਾ ਹੈ. abstract noun ਕੀ ਹੁੰਦਾ ਵੀ to which we can't see or touch, we only feel. so childhood ਬਚਪਨ ਨੂੰ ਸਿਰਫ ਆਪਾਂ ਫੀਲ ਕਰ ਸਕਦੇ ਹਾਂ. childhood ਬੱਚੇ ਨੂੰ ਤਾਂ ਆਪਾਂ ਦੇਖ ਸਕਦੇ ਹਾਂ ਨਾ. thief ਨੂੰ ਆਪਾਂ ਵੀ ਦੇਖ ਸਕਦੇ ਹਾਂ, ਚੋਰ ਨੂੰ ਦੇਖ ਸਕਦੇ ਹਾਂ, but theft ਉਹਦੀ ਚੋਰੀ ਨੂੰ ਸਿਰਫ ਆਪਾਂ ਫੀਲ ਕਰ ਸਕਦੇ ਹਾਂ. so how this we can form the abstract nouns from the common nouns. ਅੱਗੇ ਵੀ verb ਤੋਂ ਬਣਾਏ ਹੋਏ ਨੇ. advise ਦੇਖੋ ਇਹਦੇ ਵਿੱਚ ਫਰਕ ਹੈ ਵੀ. advice ਕੀ ਹੈ? advise ਇਹਨੂੰ ਬੋਲਦੇ ਆ advise. SC ਆ ਗਈ ਇਹਦੇ ਵਿੱਚ. arrival, behavior, belief. ਸੋ ਇਸ ਤਰ੍ਹਾਂ ਤੁਸੀਂ ਨੇ ਇਹ ਸਾਰੇ ਯਾਦ ਕਰਨ ਵਾਲੀਆਂ ਚੀਜ਼ਾਂ ਨੇ ਵੀ ਜਿੰਨਾਂ ਜੇ ਤੁਸੀਂ ਯਾਦ ਕਰਨੀਆਂ ਨੇ. ਸੋ verb ਤੋਂ ਵੀ ਹਮੇਸ਼ਾ ਲਗਭਗ ਸੇਮ ਰਹਿੰਦੇ ਨੇ ਜਿਹੜੇ ਆਪਾਂ abstract noun ਬਣਾਉਣੇ ਹੈਗੇ. ਨੋਰਮਲੀ ਸੇਮ ਰਹਿੰਦੇ ਨੇ, ਕੁਛ ਕੇਸ ਹੁੰਦੇ ਨੇ ਜਿਹਦੇ ਵਿੱਚ ਬਦਲ ਜਾਂਦੇ ਨੇ. ਅਦਰਵਾਈਜ਼ ਜਿਵੇਂ desire, stand, order, ਇਹ ਹਮੇਸ਼ਾ ਨੀਅਰਲੀ ਸੇਮ ਹੁੰਦੇ ਨੇ. ਸੋ what is the homework? ਸੋ ਜੋ ਆਪਾਂ ਨੇ ਅੱਜ ਕੀਤਾ ਨੋਰਮਲੀ 2 ਚੀਜ਼ਾਂ ਹੀ ਸਮਝਾਉਣ ਵਾਲੀਆਂ ਸੀ, ਬਾਕੀ ਸਾਰੀਆਂ ਚੀਜ਼ਾਂ ਨੂੰ ਆਪਾਂ ਰੱਟੇ ਲਗਾਉਣ ਵਾਲਿਆਂ ਸੀ. you have to write those things as like we remember the words, we memorize the vocabulary. so these kind of things. so what is the homework? there are another
3 exercises. What is the first one? Underline the plural nouns in the given paragraph. Plural noun ਦੱਸਿਆ ਸੀਗਾ ਵੀ ਕਿਹੜੇ ਹੁੰਦੇ ਨੇ ਜੋ ਇੱਕ ਤੋਂ ਵੱਧ ਹੋਣ, ਜਿਹਦੇ ਵਿੱਚ ਐਸ ਲੱਗੀ ਹੋਵੇ. ਲਿਟਰਲੀ ਅਗਰ ਕਿਸੇ ਚੀਜ਼ ਵਿੱਚ ਐਸ ਲੱਗੀ ਹੋਵੇ ਦੈਟ ਇਜ਼ ਅ ਪਲੂਰਲ ਨਾउन. ਕੁਛ ਕੇਸਿਸ ਨੇ ਜਿਹੜੇ ਕਿ ਜਿਸ ਵਿੱਚ ਐਚ ਲੱਗੀ ਹੁੰਦੀ ਹੈ ਉਹਨੂੰ ਆਪਾਂ ਐਜ਼ ਅ ਸਿੰਗੂਲਰ ਨਾउन ਵੀ ਯੂਜ਼ ਕਰਦੇ ਹਾਂ, ਪਰ ਕੁਛ ਕੇਸਿਸ ਇਹ ਨੇ ਜਿਹਦੇ ਵਿੱਚ ਐਸ ਨਹੀਂ ਲੱਗੀ ਹੁੰਦੀ, ਉਹਨਾਂ ਦਾ ਇੱਕ ਅਲੱਗ ਤੋਂ ਇੱਕ ਮੀਨਸ ਨਾउन ਬਣ ਜਾਂਦਾ. ਜਿਵੇਂ ਇਹਦੇ ਵਿੱਚ ਦੇਖੋ ਵੀ ਪਹਿਲਾ ਹੀ ਹੈ ਮੈਨ. ਮੈਨ ਹੁੰਦਾ ਵੀ ਸਿੰਗੂਲਰ, ਮੈਨ ਹੁੰਦਾ ਪਲੂਰਲ. ਇਹਨਾਂ ਨੇ ਕਿਹਾ ਵੀ ਇਹਨੂੰ ਕੀ ਕਰਨਾ, ਅੰਡਰਲਾਈਨ ਕਰਨਾ. ਵੇਜ਼, ਐਂਡਸ ਐਂਡ ਥਿੰਗਸ ਐਂਡ ਮੈਨ ਅਗੇਨ ਆ ਗਿਆ ਵੀ, ਡੇਜ਼ ਆ ਗਿਆ ਵੀ, ਕਾਮਨ ਨਾउन ਆ ਗਿਆ ਡੇਜ਼, ਸਲੇਵਸ ਆ ਗਿਆ ਵੀ. ਸੋ ਦਿਸ ਕਾइंड ऑफ थिंग्स. So you have to just underline the plural nouns. What is the next one? Change the following into abstract noun. अपने ਜਿਹੜੇ ਨੀਚੇ ਦਿੱਤੇ ਹੋਏ ਨੇ abstract noun ਚ ਚੇਂਜ ਕਰਨੇ ਨੇ. ਇਹ ਕਿਸ ਦੀ ਹੈਲਪ ਨਾਲ ਕਰਨੇ ਨੇ ਵੀ, ਜੋ ਹੈ ਉੱਪਰ ਆਪਾਂ ਕਰਕੇ ਆਏ ਹਾਂ. ਇਹ ਜਿੰਨੇ ਵੀ ਆ ਸਾਰੇ ਨੇ ਇਹਨਾਂ ਦੀ ਮਦਦ ਨਾਲ ਤੁਸੀਂ ਨੇ ਜਿਹੜੇ ਨੀਚੇ ਦਿੱਤੇ ਹੋਏ ਨੇ ਉਹ ਸਾਰੇ abstract noun ਦੇ ਵਿੱਚ ਚੇਂਜ ਕਰਨੇ ਨੇ. ਦੇਖੋ ਵੀ ਪਹਿਲਾਂ ਕੀ ਹੈਗਾ, ਹਾਈ. ਕੋਈ ਚੀਜ਼ ਉੱਚੀ ਹੈ ਉਹਨੂੰ ਆਪਾਂ ਬੋਲਦੇ ਹਾਂ ਹਾਈ. ਠੀਕ ਹੈ ਨਾ ਗੱਲ. ਕੋਈ ਚੀਜ਼ ਉੱਚੀ ਉਹਨੂੰ ਬੋਲਦੇ ਹਾਂ ਆਪਾਂ ਹਾਈ. ਇਹ ਕੀ ਇੱਕ ਐਡਜੈਕਟਿਵ ਹੈ. ਪਰ ਅਗਰ ਆਪਾਂ ਨੇ ਉਸਦੀ ਨਾउन ਦੇ ਵਿੱਚ ਚੇਂਜ ਕਰਨੇ ਮੀਨਸ ਹਾਈਟ. ਕੋਈ ਚੀਜ਼ ਉੱਚਾ ਹੈ ਮੀਨਸ ਕਿਸੇ ਇਨਸਾਨ ਦਾ 6 ਫੁੱਟ ਕੱਦ, ਆਪਾਂ ਬੋਲਾਂਗੇ ਉਹਦੀ ਹਾਈਟ ਕਿੰਨੀ ਹੈ 6 ਫੁੱਟ ਹੈ. ਉਹ ਇੱਕ ਨਾउन ਹੈ. ਆਪਾਂ ਅਗਰ ਬੋਲਾਂਗੇ ਕਿੰਨਾ ਉੱਚਾ, ਉੱਥੇ ਬੋਲਾਂਗੇ ਹਾਈ. ਸੋ ਐਡਜੈਕਟਿਵ ਹਾਈ, ਹਾਈਟ ਕੀ ਆ ਜਾਊਗੀ ਵੀ ਨਾउन. ਹੰਬਲ ਕੀ ਹੈ ਜੋ ਹਿਊਮਿਲਿਟੀ. ਕੋਈ ਕਿੰਨਾ ਇਨਸਾਨ ਨਮਰ ਹੈ, ਹੁਣ ਕੀ ਬੋਲਾਂਗੇ ਆਪਾਂ, ਉਹ ਕੀ ਹੈਗੀ ਉਹਦੀ ਹੈ ਹੰਬਲ ਹੈ ਮੀਨਸ ਐਡਜੈਕਟਿਵ ਹੈ. ਸੋ ਹਿਊਮਿਲਿਟੀ ਆ ਜੂਗੀ ਵੀ ਉਹ 'ਚ ਨਮਰਤਾ ਕਿੰਨੀ ਹੈ, ਇਸ ਤਰ੍ਹਾਂ. ਸਲੇਵ, ਸਲੇਵ ਕੀ ਹੁੰਦਾ ਵੀ ਗੁਲਾਮੀ. ਸਲੇਵ ਕੀ ਹੁੰਦਾ ਵੀ, ਸਲੇਵ ਕੀ ਹੁੰਦਾ ਵੀ ਗੁਲਾਮ. ਦਿਸ ਇਜ਼ ਆਲਸੋ ਅ ਕਾਮਨ ਨਾउन. ਸਲੇਵਰੀ ਓਕੇ ਜੂਗਾ ਵੀ abstract noun. ਸੋ this kind of things we have to change into abstract nouns. What is the next? Correct the following sentences. ਜਿਹੜੇ ਨੀਚੇ ਦਿੱਤੇ ਸੈਂਟੈਂਸ ਨੇ ਆਪਾਂ ਇਹਨਾਂ ਨੂੰ ਕਰੈਕਟ, ਇਹਨਾਂ ਦੇ ਵਿੱਚ ਥੋੜ੍ਹੀ ਜਿਹੀ ਆਪਾਂ ਕਰੈਕਟ ਕਰਨਾ ਵੀ ਇਹਨਾਂ ਦੇ ਵਿੱਚ. ਫਸਟ ਵਨ ਇਜ਼ ਡੋਂਟ ਕੈਰੀ ਟੂ ਮਚ ਬੈਗੇਜਸ. ਫਸਟ ਆਫ ਆਲ ਬੈਗੇਜਸ ਨਹੀਂ ਹੁੰਦਾ ਵੀ. ਬੈਗੇਜ ਇੱਕ ਕਲੈਕਟਿਵ ਨਾउन ਹੈ ਮੀਨਸ ਇੱਕ ਅਨਕਾਊਂਟੇਬਲ ਨਾउन ਹੈ, ਤਾਂ ਕਰਕੇ ਬੈਗੇਜਸ ਤਾਂ ਹੁੰਦੇ ਹੀ ਨਹੀਂ. ਸੋ ਜੇ ਇੱਕ ਅਨਕਾਊਂਟੇਬਲ ਨਾउन ਇਹਦੇ ਅੱਗੇ ਮੈਂ ਨਹੀਂ ਲੱਗ ਸਕਦਾ. ਸੋ ਅਗਰ ਅਨਕਾਊਂਟੇਬਲ ਉਹਦੇ ਵਾਸਤੇ ਮੱਚ ਯੂਜ਼ ਹੁੰਦਾ ਅਤੇ ਬੈਗੇਜ ਬੈਗੇਜ ਰਹਿ ਜਾਏਗਾ. ਇਸ ਤਰ੍ਹਾਂ ਇਹ ਚੀਜ਼ਾਂ ਪ੍ਰੈਕਟਿਸ ਨਾਲ ਆਉਂਦੀਆਂ ਨੇ ਵੀ. ਦ ਰੋਡ ਕੰਡੀਸ਼ਨ ਵਰ ਵੈਰੀ ਬੈਡ. ਦੇਖੋ ਰੋਡ ਇੱਕ ਕਲੈਕਟਿਵ ਨਾउन ਹੈ ਵੀ, ਸੌਰੀ ਇੱਕ ਅਨਕਾਊਂਟੇਬਲ ਨਾउन ਹੈ ਵੀ. ਸੋ ਅਨਕਾਊਂਟੇਬਲ ਨਾउन 'ਚ ਹਮੇਸ਼ਾ ਆਪਾਂ ਜਿਹੜੀ ਵਰਬ ਦੀ ਫੋਰਮ ਆ ਉਹ ਸਿੰਗੂਲਰ ਯੂਜ਼ ਕਰਦੇ ਹਾਂ, ਬਹੁਤ ਜ਼ਿਆਦਾ ਜਗ੍ਹਾ. ਡੂ ਯੂ ਹੈਵ ਐਨੀ ਫੀਡਬੈਕਸ ਔਨ ਫੀਡਬੈਕ. ਫੀਡਬੈਕ ਇੱਕ ਅਨਕਾਊਂਟੇਬਲ ਨਾउन ਹੈ ਵੀ. ਫੀਡਬੈਕ ਜਿਵੇਂ ਇਨਫੋਰਮੇਸ਼ਨ ਹੋ ਗਿਆ, ਫੀਡਬੈਕ ਹੋ ਗਿਆ, ਇਹ ਅਨਕਾਊਂਟੇਬਲ ਨਾउन ਨੇ, ਤਾਂ ਕਰਕੇ ਇੱਥੇ ਕੀ ਆ ਜਾਏਗਾ ਵੀ ਫੀਡਬੈਕ. ਓਨਲੀ ਫੀਡਬੈਕ ਇਕੱਲਾ ਐਸ ਕੱਢ ਜਾਏਗਾ. ਸੋ ਇਸ ਤਰ੍ਹਾਂ ਤੁਸੀਂ ਨੇ ਸਾਰੇ ਸੋਲਵ ਕਰਨੇ ਨੇ. ਇੱਕ ਇਹਨਾਂ ਦਾ ਹੋਰ ਦੇਖ ਲਓ, ਜਿਵੇਂ ਦਿਸ ਡੇਜ਼ ਸਟੂਡੈਂਟਸ ਗੈਟ ਟੂ ਮਚ ਹੋਮਵਰਕਸ. ਆਪਾਂ ਕਦੇ ਕਿਹਾ ਪੁੱਤ ਇੱਕ ਹੋਮਵਰਕ ਮਿਲ ਗਿਆ, ਮੈਨੂੰ 2 ਹੋਮਵਰਕ ਮਿਲ ਗਏ, 3 ਹੋਮਵਰਕ ਮਿਲ ਗਏ. ਆਪਾਂ ਕਹਾਂਗੇ ਕਿ ਮੈਨੂੰ ਸਾਇੰਸ ਦਾ ਹੋਮਵਰਕ ਮਿਲਿਆ, ਫਿਜ਼ਿਕਸ ਦਾ ਹੋਮਵਰਕ ਮਿਲਿਆ, ਇਸ ਤਰ੍ਹਾਂ. ਸੋ ਹੋਮਵਰਕ ਦੇ ਪਿੱਛੇ ਐਸ ਨਹੀਂ ਆਏਗਾ ਵੀ, ਐਸ ਨਹੀਂ ਆਏਗਾ. ਸੋ ਇਸ ਤਰ੍ਹਾਂ ਤੁਸੀਂ ਨੇ ਸੋਲਵ ਕਰਨੇ ਨੇ. ਹੋਪ ਯੂ ਅੰਡਰਸਟੈਂਡ ਦਾ ਚੈਪਟਰ. ਵੀ ਜਸਟ ਹੈਵ ਕੰਪਲੀਟਡ ਦਿਸ ਚੈਪਟਰ and you have to solve every exercise. So thank you very much. We will discuss the next chapter in the next video.